ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਮਹਲਾ ਪੰਜਵਾ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਤੇ ਦੁਖ ਮੇਰੇ ਸਗਲੇ ਲਾਥੇ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਤੇ ਦੁਖ ਮੇਰੇ ਸਗਲੇ ਲਾਥੇ। ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ। ਚਰਨ ਰੇਣ ਗੁਰ ਕੀ ਮੁਖ ਲਾਗੀ, ਆਂਗ ਬੁੱਧ ਤਿਨ ਸਗਲ ਤਿਆਗੀ। ਗੁਰ ਕਾ ਸ਼ਬਦ ਲਗੋ ਮਨ ਮੀਠਾ, ਪਾਰ ਬ੍ਰਹਮ ਤਾਤੇ ਮੋਹਿ ਡੀਠਾ। ਗੁਰ ਸੁਖ ਦਾਤਾ ਗੁਰ ਕਰਤਾਰੋ, ਜੀ ਪ੍ਰਾਣ ਨਾਨਕ ਗੁਰ ਆਧਾਰ। ਗੁਰ ਸੁਖ ਦਾਤਾ ਗੁਰ ਕਰਤਾਰੋ, ਜੀ ਪ੍ਰਾਣ ਨਾਨਕ ਗੁਰ ਆਧਾਰੋ। ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਵੇਸ ਕਰੇ ਕਰੂਪ ਕੁਲਖਣੀ, ਮਨ ਖੋਟੈ ਕੂੜਿਆਰੋ। ਫਿਰ ਕੈ ਬਾਣ ਨਾ ਚਲੈ,
ਹੁਕਮ ਕਰੇਗਾ ਵਾਰੋ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਵੇਸ ਕਰੇ ਕਰੂਪ ਕੁਲੱਖਣੀ ਮਨ ਖੋਟੈ ਕੂੜਿਆ। ਬਣਾਵਟ ਦੇ ਭੇਸ਼ ਕਰਦੀ ਹੈ ਦੰਭ ਕੋਟਲ ਖੋਟੇ ਲੱਖਣਾਂ ਵਾਲੀ। ਜਿਸ ਦੇ ਮਨ ਦੇ ਵਿੱਚ ਸੰਕਲਪ ਕੈਸੇ ਨੇ ਖੋਟੇ ਨੇ, ਉਹ ਝੂਠੀ ਵੀ ਹੈ, ਝੂਠੇ ਕਰਮਾਂ ਦੇ ਵਿੱਚ ਹੀ ਲੱਗੀ ਹੈ। ਫਿਰ ਕੈ ਭਾਣੈ ਨਾ ਚੱਲੈ ਹੁਕਮ ਕਰੇਗਾ ਵਾ। ਪਤੀ ਦੀ ਆਗਿਆ ਵਿੱਚ ਤਾਂ ਚੱਲਦੀ ਹੀ ਨਹੀਂ, ਮੂਰਖ ਹੁਕਮ ਕਰਦੀ ਹੈ। ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਣ ਹਾਰ। ਜੋ ਗੁਰੂ ਦੇ ਭਾਣੇ ਵਿੱਚ ਚੱਲਦੀ ਹੈ ਸੋ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਹੋਈ ਹੈ। ਕਦਾਚਿਤ ਐਸੀ ਸ਼ੰਕਾ ਹੋ ਜਾਵੇ ਕਿ ਸਭ ਕੋਈ ਭਾਣਾ ਮੰਨ ਕੇ ਕਿਉਂ ਨਹੀਂ ਪਾ ਲੈਂਦੀ। ਪਾਤਸ਼ਾਹ ਫਰਮਾਉਂਦੇ ਨੇ, ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ। ਪਾਤਸ਼ਾਹ ਫਰਮਾਉਂਦੇ ਨੇ, ਜੋ ਆਦਿ ਤੋਂ ਪਰਿਪੂਰਨ ਪਰਮਾਤਮਾ ਨੇ ਕਰਮ ਲਿਖ ਦਿੱਤਾ, ਸੋ ਲਿਖਿਆ ਹੋਇਆ ਮੇਟਿਆ ਨਹੀਂ ਜਾਂਦਾ। ਉਹਨਾਂ ਨੂੰ ਪੂਰਬਲੇ ਪਾਪ ਮਿਲਣ ਹੀ ਨਹੀਂ ਦਿੰਦੇ, ਕਿਉਂਕਿ ਕਰਮ ਹੀ ਐਸੇ ਕੀਤੇ ਨੇ ਉਹਨਾਂ ਨੇ। ਲਿਖਿਆ ਮੇਟ ਨਾ ਸਕੀ ਜੋ ਧੁਰ ਲਿਖਿਆ ਕਰਤਾਰ, ਜੋ ਵਾਹਿਗੁਰੂ ਨੇ ਲਿਖ ਦਿੱਤਾ। ਕਿਉਂਕਿ ਪਾਪ ਕਰਮ ਹੀ ਉਹਨਾਂ ਦੇ ਐਸੇ ਨਹੀਂ, ਉਹ ਮਿਲਣ ਨਹੀਂ ਦਿੰਦੇ। ਬੇਨਤੀ ਕੀਤੀ ਪਾਤਸ਼ਾਹ, ਉਸ ਸਮਰੱਥ ਪਤੀ ਦੀ ਪ੍ਰਤੀਤੀ ਫਿਰ ਕਿਵੇਂ ਹੋਵੇ। ਪਾਤਸ਼ਾਹ ਫਰਮਾਉਂਦੇ ਨੇ, ਮਨ ਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ। ਪਤੀ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਨ ਤੇ ਤਨ ਅਰਪਣ ਕਰ ਦੇਵੇ। ਗੁਰੂ ਉਪਦੇਸ਼ ਵਿੱਚ ਪਿਆਰ ਧਾਰੇ। ਬਿਨ ਨਾਵੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਨੇ ਤਿਸ ਪਤੀ ਵਾਹਿਗੁਰੂ ਨੂੰ ਨਹੀਂ ਪਾਇਆ, ਪ੍ਰਾਪਤੀ ਨਹੀਂ। ਹਿਰਦੇ ਵਿੱਚ ਵਿਚਾਰ ਕਰਕੇ ਵੀ ਦੇਖ ਲਓ। ਨਾਨਕ ਸਾਲ ਸੁਆਲਿਓ ਸੁਲੱਖਣੀ ਜੇ ਰਾਵੀ ਸਿਰਜਨਾਰ। ਸੋ ਜੀਵ ਰੂਪੀ ਇਸਤਰੀ ਸੁੰਦਰ ਸਲਾਹਣੇ ਜੋਗ ਨੇਕ ਵਕਤ ਹੈ, ਸੇਠ ਲਖਣਾ ਵਾਲੀ ਹੈ। ਜੋ ਰਚਨਖਾਰ ਵਾਹਿਗੁਰੂ ਨੇ ਰਾਵੀ, ਭਾਵੇਂ ਕਿ ਆਪਣੇ ਸੰਗ ਮੇਲੀ ਬਖਸ਼ੀਸ਼ਾਂ ਕੀਤੀਆਂ ਨੇ। ਮਹਲਾ ਤੀਜਾ ਮਾਇਆ ਮੋਹ ਗਵਾਰ ਹੈ, ਤਿਸ ਦਾ ਨਾ ਦਿਸੈ ਉਦਵਾਰ ਨਾ ਬਾਰ। ਮਾਇਆ ਦਾ ਜੋ ਮੋਹ ਹੈ ਅੰਧੇਰਾ, ਕਿਉਂਕਿ ਅਸੁਰੀ ਸੰਪਤੀ ਦਾ ਰਾਜਾ ਮੋਹ ਹੈ। ਜੋ ਮਾਇਆ ਦਾ ਮੋਹ ਹੋ ਗਿਆ, ਅੰਧੇਰਾ ਘੁੱਪ ਗੋਬਾਰ, ਜਿਸ ਦਾ ਨਾ ਤਾਂ ਉਰਵਾਰ ਨਾ ਪਾਰ ਦਿਖਾਈ ਦਿੰਦਾ, ਐਸਾ ਅੰਧੇਰਾ ਹੈ। ਉਰਵਾਰ ਵੀ ਨਹੀਂ, ਪਾਰ ਵੀ ਨਹੀਂ, ਕੁਝ ਦਿਖਾਈ ਨਹੀਂ ਦਿੰਦਾ, ਐਸਾ ਅੰਧੇਰਾ।
क्योंकि माया के मोह विच बझिया होया मनुख अन्ना ते बोला हो जाता। ऐसी अंधेरी रात विच विचरदा। माया धारी अत अन्ना बोला। मन मुख अज्ञानी महा दुख पाएंदे। डुबे हर नाम विसार। पातशाह फरमाउंदे ने एक तां थोड़ा दुख एक महा दुख। जो मनमुख अज्ञानी अज्ञान अविद्या दे विच रचे होए अपनिया सियाणपां नूं वरतदे ने, गुरु की मत गुरु के उपदेशी नहीं बने। परमेश्वर के नाम नूं भुला दिता, मर्यादा भुल गए। वो मोह रूपी अंधेरे करके संसार रूपी समुंदर विच डुब मूए। भल के उठ बहु करम कमावे, दूजै भाए प्यार। द्वैत भाव विच प्यार करके नेता प्रति उठ के बड़े कर्म करते, बड़े कर्म अडंबर वड्डे रचते ने, पर उन्हां दे अडंबर रचे सफल नहीं होंदे, क्योंकि गुरु वाले नहीं बने। गुर शब्द ही गुरमती है। कर्म तो बड़े करते नहीं, वो कर्म कीते थां नहीं पैंदे। सतगुर सेवह अपना, भौ जल उतरे पार। भाई जो पुरुष जग्यासु अपना गुरु ते आए, मिल कुशल सेती कर आए। अपने गुरु नूं ते आउंदा, खसम नूं ते आउंदा, सतगुरु नूं जपदा, सो संसार समुद्र तो पार होया। नानक गुरमुख सच समावे, सच नाम उर धार। सच्चा नाम हिरदे विच वसा के गुरमुख सच्चे वाहिगुरु विच समा जाते हैं। पौड़ी हर जल थल महीअल, भरपूर दूजा नाहे कोय। ए भाई परमात्मा जलां विच थलां विच पृथ्वी आकाश विच भरपूर है, तिस तो बिना दूजा कोई भी नहीं। हर आप वह करे न आओ, कूड़ियार सब मार कढोए। परमेश्वर आप बैठ के न्याओ करदा है, जो झूठे ने सब मार के सेठा विचों कट दिते ने परमेश्वर ने। सचियारा दे वड़ियाई, हर धर्म ने आओ की होए। सच्चे पुरुषां नूं गुरु नानक वड़ियाई दिंदा, अपने दरों वड़ियाइयां बख्शदा है जो सच्चे ने। परमेश्वर ने ऐसा धर्म का न्याय किया है। सचियारा दे वड़ियाई, हर धर्म न्याओ की होए, आप करदा है न्याओ। सब हर की करो औसत, जिन गरीब अनाथ राख ली होए। पातशाह फरमाउंदे ने प्यारिओ सब हरी दी उस्तति करो, ने गरीबां नूं अनाथां नूं आप रख लिया, आप पैज रखी। जयकार कियो धर्मिया का, पापी को दंड दियोए। धर्मात्मा पुरुषां दा जय जयकार किया और पापी पुरुषां नूं दंड दिता। सलोक महला तीजा, मन मुख मैली कामणी। कुलखणी को नार। पातशाह फरमाउंदे ने गुरु अमरदास महाराज जी
ਮਨ ਮੁਖ ਮੈਲੀ ਕਾਮਣੀ, ਕੋ ਲਖਣੀ ਕੋ ਨਾਰ। ਜੋ ਮਨਮੁਖ ਜੀਵ ਰੂਪੀ ਖੋਟੀ ਇਸਤਰੀ ਕਾਮਨਾ ਸਹਿਤ, ਖੋਟੇ ਲੱਖਣਾ ਵਾਲੀ ਹੈ। ਫਿਰ ਛੋੜਿਆ ਘਰ ਆਪਣਾ, ਪਰ ਪੁਰਖੈ ਨਾਲ ਪਿਆਰ। ਜਿਸ ਨੇ ਆਪਣੇ ਪਤੀ ਵਾਹਿਗੁਰੂ ਨੂੰ ਅੰਤਸ਼ਕਰਨ ਵਿੱਚ ਸਾਖੀ ਸਰੂਪ ਹੈ, ਜੋ ਛੱਡ ਦਿੱਤਾ ਉਸ ਦਾਤੇ, ਭੁਲਾ ਦਿੱਤਾ ਉਸ ਪਰਮੇਸ਼ਰ ਵਾਹਿਗੁਰੂ ਨੂੰ। ਕਾਮਨਾ ਅਰਥ ਇਤਰ ਦੇਵਨ ਦੇ ਸਾਥ ਪਿਆਰ ਕਰਦੀ, ਦੇਵੀ ਦੇਵਤਿਆਂ ਮੜੀਆਂ ਮਸਾਣਾ ਨੂੰ ਤ੍ਰਿਸ਼ਨਾ ਕਦੇ ਨਾ ਚੁਕਈ, ਜਲਦੀ ਕਰੇ ਪੁਕਾਰ। ਤ੍ਰਿਸ਼ਨਾ ਕਦੇ ਦੂਰ ਨਹੀਂ ਹੁੰਦੀ, ਤ੍ਰਿਸ਼ਨਾ ਅਗਨੀ ਵਿੱਚ ਜਲਦੀ ਹੋਈ ਬੜੀਆਂ ਬੇਨਤੀਆਂ ਅਰਦਾਸਾਂ ਕਰਦੀ। ਨਾਨਕ ਬਿਨ ਨਾਵੈ ਕਰੂਕ ਕਸੋਹਣੀ, ਪਰ ਹਰ ਛੋਡੀ ਪਤਾਰ। ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਨਾਮ ਤੋਂ ਬਿਨਾ, ਬੰਦਗੀ ਤੋਂ ਬਿਨਾ ਜੀਵ ਰੂਪ ਇਸਤਰੀ ਤਨ ਮਨ ਕਰਕੇ ਕਰੂਪ ਹੈ, ਕੁਲੱਖਣੀ ਖੋਟੀ, ਤੇ ਪਤੀ ਨੇ ਤਿਆਗ ਦਿੱਤੀ ਹੈ। ਮਹਲਾ ਤੀਜਾ। ਸ਼ਬਦ ਰਤੀ ਸੁਹਾਗਣੀ, ਸਤਿਗੁਰ ਕੈ ਭਾਏ ਪਿਆਰ। ਜੋ ਗੁਰੂ ਦੇ ਉਪਦੇਸ਼ ਵਿੱਚ ਪ੍ਰੀਤ ਕਰਨ ਵਾਲੀ ਹੋਈ, ਸਤਿਗੁਰਾਂ ਦੇ ਪ੍ਰੇਮ ਵਿੱਚ ਪਿਆਰ ਕੀਤਾ, ਉਹ ਸੁਹਾਗਣੀ ਹੈ। ਸਦਾ ਰਾਵੇ ਭੇਰੇ ਆਪਣਾ, ਸੱਚੈ ਪ੍ਰੇਮ ਪਿਆਰ। ਕਿ ਜਿਸਨੇ ਸੱਚੇ ਉਪਦੇਸ਼ ਵਿੱਚ ਮਨ ਤਨ ਸੇ ਪ੍ਰੇਮ ਕੀਤਾ, ਸੋ ਆਪਣੇ ਪੈਰ ਨੂੰ ਸਰੀਰ ਕਾਲ ਭੋਗਦੀ ਹੈ। ਆਤ ਸਵਾਲਿਓ ਸੁੰਦਰੀ ਸ਼ੋਭਾਵੰਤੀ ਨਾਰ। ਸੋ ਜੀਵ ਰੂਪੀ ਇਸਤਰੀ ਅਤੀ ਸੁਲਾਣੇ ਜੋਗ ਸੁੰਦਰ ਸ਼ੋਭਾਵੰਤੀ ਸ਼ੁਭ ਗੁਣਾ ਕਰਕੇ ਸੰਪੰਨ ਹੈ। ਨਾਨਕ ਨਾਮ ਸੁਹਾਗਣੀ, ਮੇਲੀ ਮੇਲਣਹਾਰ। ਪਾਤਸ਼ਾਹ ਫਰਮਾਉਂਦੇ ਨੇ, ਜੋ ਮੇਲਣ ਵਾਲੇ ਗੁਰੂ ਨੇ ਵਾਹਿਗੁਰੂ ਦੇ ਨਾਮ ਨਾਲ ਮਿਲਾ ਦਿੱਤੀ, ਉਹ ਸੁਹਾਗਣੀ ਹੈ। ਪੌੜੀ ਆਦ ਤੇਰੀ ਸਭ ਕਰਹਿ ਉਸਤਤ, ਜਿਨ ਫਾਥੇ ਕਾਢਿਓ। ਕਿ ਮੇਰੇ ਵਾਹਿਗੁਰੂ ਸਭ ਜੀਵ ਤੇਰੀ ਉਸਤਤੀ ਕਰਦੇ ਨੇ, ਤੇਰੇ ਗੁਣ ਗਾਉਂਦੇ ਨੇ। ਤੈਨੇ ਮੋਹ ਰੂਪੀ ਜਾਲ ਤੋਂ ਫਸਿਆ ਹੋਇਆ ਜੀਵਾਂ ਨੂੰ ਕੱਢਿਆ, ਨਿਕਾਲਿਆ, ਉਹ ਤੇਰੀ ਸਿਫਤ ਕਰਦੇ। ਖਾਦ ਤੁਧਨੋ ਕਰਹਿ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ। ਇਹ ਮੇਰੇ ਪਰਵਰਦਗਾਰ, ਜਿਨ੍ਹਾਂ ਨੂੰ ਤੈਂ ਪਾਪਾਂ ਤੋਂ ਰੱਖ ਲਿਆ, ਆਪ ਬਾਂਹ ਫੜੀ, ਬਾਹਾਂ ਪਕੜ ਗੁਰ ਕੱਢਿਆ, ਸੋਈ ਉਤਰਿਆ ਪਾਰ। ਜਿਨ੍ਹਾਂ ਦੀ ਬਾਂਹ ਗੁਰੂ ਨੇ ਫੜ ਲਈ, ਪਾਪ ਨਹੀਂ ਸੰਚਨ ਕਰ ਦਿੱਤੇ, ਰੱਖ ਲਿਆ। ਸਭ ਤੈਨੂੰ ਨਮਸਕਾਰਾਂ ਡੰਡੌਤ ਕਰਦੇ ਨੇ ਵਾਹਿਗੁਰੂ। ਹਾਰਨ ਮਾਣੀਆ ਤੂੰ ਮਾਣ, ਹਾਰ ਢਾਡੀ ਹਾਰ ਡਾਢੀ ਹੂੰ ਤੂੰ ਡਾਢਿਆ। ਹਾਰ ਨਿਮਾਣਿਆ ਤੂੰ ਮਾਣ, ਹਾਰ ਡਾਢੀ ਹੂੰ ਤੂੰ ਡਾਢਿਆ। ਹੇ ਮੇਰੇ ਪਰਵਰਦਗਾਰ, ਤੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਮਾਲਕ, ਵੱਡਾ ਮਾਲਕ, ਵੱਡਾ ਸਮਰੱਥ, ਨਿਮਾਣਿਆਂ ਨੂੰ ਮਾਣ ਬਖਸ਼ਦਾ। ਇਹ ਮੇਰੇ ਵਾਹਿਗੁਰੂ, ਤੂੰ ਬਲੀਆਂ ਤੋਂ ਬਲੀ ਹੈ, ਵੱਡਾ ਮਾਲਕ। ਹਰ ਅਹੰਕਾਰੀਆਂ ਮਾਰਨ ਵਾਏ, ਮਨ ਮੁਖ ਮੂੜ ਸਾਧਿਆ। ਕਿ ਮੇਰੇ ਪਰਵਰਦਗਾਰ, ਤੈਨੇ ਹੰਕਾਰੀਆਂ ਨੂੰ ਮਾਰ ਕੇ ਨਿਵਾਇਆ, ਮਨਮੁਖ ਮੂੜਾਂ ਨੂੰ ਸਾਧ ਲਿਆ।
ਹਰ ਭਗਤਾਂ ਦੀ ਵਡਿਆਈ, ਗਰੀਬ ਅਨਾਥਿਆ। ਕਿ ਮੇਰੇ ਪਰਵਰਦਗਾਰ ਹੰਕਾਰੀਆਂ ਨੂੰ ਸਾਧ ਕੇ ਗਰੀਬ ਅਨਾਥ ਭਗਤਾਂ ਨੂੰ ਤੂੰ ਵਡਿਆਈ ਦਿੰਦਾ, ਬਖਸ਼ਿਸ਼ਾਂ ਕਰਦਾ। ਸਲੋਕ ਮਹੱਲਾ ਤੀਜਾ। ਸਤਿਗੁਰ ਕੈ ਬਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ। ਜੋ ਭਾਈ ਸਤਿਗੁਰੂ ਦੇ ਭਾਣੇ ਵਿੱਚ ਚੱਲਦੇ ਨੇ, ਗੁਰ ਉਪਦੇਸ਼ੀ ਗੁਰਮਤੀਏ ਭਾਣਾ ਮੰਨਦੇ ਨੇ, ਤੇ ਇਹਨਾਂ ਦੀ ਵੱਡੀ ਵਡਿਆਈ ਹੁੰਦੀ। ਹਰਿ ਕਾ ਨਾਮ ਉਤਮ ਮਨ ਵਸੈ, ਮੇਟ ਨ ਸਕੈ ਕੋਇ। ਕਿ ਪਰਮੇਸ਼ਰ ਦਾ ਉਤਮ ਨਾਮ ਇਹਨਾਂ ਦੇ ਮਨ ਵਿੱਚ ਵਸਦਾ, ਤੂੰ ਕੋਈ ਮੇਟ ਨਹੀਂ ਸਕਦਾ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ। ਜਿਸ ਵਾਰ ਵਾਹਿਗੁਰੂ ਆਪਣੀ ਕਿਰਪਾ ਕਰਦਾ, ਤਿਸ ਉਤੋਂ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦਾ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਇ। ਮਾਇਆ ਮਹੱਤਵ ਆਦਿ ਕਰਤੇ ਵਾਹਿਗੁਰੂ ਦੇ ਅਧੀਨ ਨੇ, ਜੋ ਬ੍ਰਹਮਾ ਵਿਸ਼ਨ ਮਹੇਸ਼ ਉਸ ਦਾਤੇ ਪ੍ਰਭੂ ਦੇ ਹੁਕਮ ਦੇ ਵਿੱਚ ਬੰਦੇ ਹੋਏ। ਪਰੰਤੂ ਇਹ ਕੋਈ ਗੁਰਮੁਖ ਹੀ ਸਮਝਦਾ। ਮਹੱਲਾ ਤੀਜਾ। ਨਾਨਕ ਹਰਿ ਨਾਮ ਜਿਨੀ ਅਰਾਧਿਆ, ਆਨੰਦ ਹਰਿ ਲਿਵਤਾਰ। ਜਿਨ ਪੁਰਸ਼ਾਂ ਨੇ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਜਪਣਾ ਕੀਤਾ, ਰਾਧਿਆ, ਤੇ ਇਹਨਾਂ ਦੀ ਵਿਰਤੀ ਪਰਮੇਸ਼ਰ ਵਿੱਚ ਤੇਲ ਧਾਰਾ ਵਤ ਲੱਗੀ। ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੈ ਕਾਰ। ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੈ ਕਾਰ। ਮਾਇਆ ਜੋ ਵਾਹਿਗੁਰੂ ਦੀ ਦਾਸੀ, ਤਿਨਾਂ ਦੇ ਅੱਗੇ ਅਧੀਨ ਹੋ ਕੇ ਸੇਵਾ ਕਰਦੀ। ਪੂਰਾ ਪੂਰਾ ਕਰ ਛੋੜਿਆ, ਹੁਕਮ ਸਵਾਰਨ ਹਾਰ। ਪੂਰੇ ਗੁਰੂ ਨੇ ਬ੍ਰਹਮ ਰੂਪ ਕਰ ਦਿੱਤਾ। ਜੈਸੇ ਗੁਰੂ ਨੇ ਵਾਹਿਗੁਰੂ ਦਾ ਹੁਕਮ ਮਨਾ ਕੇ ਸਵਾਰਨੇ ਹਾਰੇ ਨੇ। ਗੁਰੂ ਬੇਨਤੀ ਕੀਤੀ, ਪਾਤਸ਼ਾਹ ਤਿਨਾਂ ਨੂੰ ਹੁਕਮ ਮੰਨਣੇ ਦਾ ਫਿਰ ਫਲ ਕੀ ਮਿਲਿਆ? ਸਤਿਗੁਰੂ ਫਰਮਾਉਂਦੇ ਨੇ, ਗੁਰ ਪ੍ਰਸਾਦੀ ਜਿਨ ਬੁਝਿਆ, ਤਿਨ ਪਾਇਆ ਮੋਖ ਦੁਆਰ। ਗੁਰੂ ਦੀ ਕਿਰਪਾ ਕਰਕੇ ਜਿਨ੍ਹਾਂ ਨੇ ਹੁਕਮ ਨੂੰ ਸਮਝ ਲਿਆ, ਤੇ ਇਹਨਾਂ ਨੇ ਗਿਆਨ ਪਾ ਲਿਆ, ਗਿਆਨ ਦੀ ਪ੍ਰਾਪਤੀ ਹੋਈ। ਮਨ ਮੁਖ ਹੁਕਮ ਨਾ ਜਾਣਨੀ, ਤਿਨ ਮਾਰੇ ਜਮ ਜੰਦਾਰ। ਮਨ ਮੁਖ ਹੁਕਮ ਨਹੀਂ ਜਾਣਦੇ, ਤੇ ਇਹਨਾਂ ਨੇ ਜਮ ਡੰਡਾ ਮਾਰਦਾ ਹੈ। ਤਿਨਾਂ ਜਮ ਜਿੰਦ ਦਾ ਵੈਰੀ ਔਰ ਮਾਰਦਾ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਭੋਜਲ ਸੰਸਾਰ। ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਭਾਈ ਗੁਰੂ ਦੁਆਰਾ ਗੁਰੂ ਵਾਲੇ ਬਣ ਕੇ ਵਾਹਿਗੁਰੂ ਨੂੰ ਜਪਣਾ ਕੀਤਾ, ਇਹਨਾਂ ਨੇ ਸੰਸਾਰ ਸਮੁੰਦਰ ਤਰਿਆ। ਸਭ ਔਗਣ ਗੁਣੀ ਵਟਾਇਆ, ਗੁਰ ਆਪੇ ਬਖਸ਼ਣਹਾਰ। ਗੁਰੂ ਬਖਸ਼ਣਹਾਰ ਗੁਣੀ ਨੇ ਆਪ ਹੀ ਸੰਪੂਰਨ ਔਗਣਾਂ ਨੂੰ ਮਿਟਾ ਦਿੱਤਾ। ਪੌੜੀ ਹਰ ਭਗਤਾਂ ਕੀ, ਹਰ ਕੀ ਭਗਤਾਂ ਪ੍ਰਤੀਤ ਹਰ, ਸਭ ਕਿਛ ਜਾਣਦਾ।
ਖਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ। ਭਗਤਾਂ ਨੂੰ ਭਾਈ ਹਰੀ ਦੀ ਪ੍ਰਤੀਤ ਭਰੋਸਾ ਹੈ, ਰੱਬ ਦੇ ਜਨਾਂ ਨੂੰ ਰੱਬ ਤੇ, ਕਿ ਮੇਰਾ ਵਾਹਿਗੁਰੂ ਗੁਰੂ ਨਾਨਕ ਪਰਮੇਸ਼ਰ ਸਭ ਕੁਝ ਜਾਣਦਾ। ਉਹ ਅੰਤਰ ਦਾ ਪ੍ਰੇਰਕ ਅੰਤਰਜਾਮੀ ਹੈ ਮੇਰਾ ਵਾਹਿਗੁਰੂ, ਕਿਉਂਕਿ ਪ੍ਰਤੀਤ ਹੈ ਭਗਤਾਂ ਨੂੰ, ਸੰਤਾਂ ਨੂੰ, ਗੁਰਮੁਖਾਂ ਨੂੰ। ਹਰ ਜੇਵੜ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦਾ। ਭਾਈ ਹਰੀ ਜੈਸਾ ਵੱਡਾ ਕੋਈ ਨਹੀਂ, ਕਿ ਹਰੀ ਧਰਮ ਅਧਰਮ ਨੂੰ ਜਾਣ ਕੇ ਵਿਚਾਰਦਾ ਹੈ, ਵਿਚਾਰੀ ਹੈ। ਕਾੜਾ ਦੇਸਾ ਕਿਉਂ ਕੀਜੈ, ਜਾ ਨਾਹੀ ਅਧਰਮ ਮਾਰਦਾ। ਜਬ ਧਰਮ ਕਰਕੇ ਨਹੀਂ ਮਾਰਦਾ, ਫਿਰ ਝੋਰਾ ਸੰਸਾ ਕਿਉਂ ਕਰੀਏ ਆਪਾਂ। ਸੱਚਾ ਸਾਹਿਬ ਸੱਚ ਨਿਆਉ, ਪਾਪੀ ਨਰ ਹਾਰਦਾ। ਸੱਚਾ ਸਾਹਿਬ ਹੈ ਤੇ ਇਸਦਾ ਸੱਚਾ ਹੀ ਨਿਆਉ ਹੈ ਭਾਈ। ਪਾਪੀ ਪੁਰਸ਼ ਹਾਰ ਜਾਂਦਾ, ਸੱਚੇ ਦੀ ਜਿੱਤ ਹੁੰਦੀ। ਕੂੜ ਨਖੁੱਟੈ ਨਾਨਕਾ, ਓੜਕ ਸੱਚ ਦੀ ਰਹਿੰਦਾ ਸੱਚ ਹੀ ਹੈ, ਕੂੜ ਨਖੁੱਟ ਜਾਂਦਾ। ਸਾਲਾਹਿਓ ਭਗਤੋ ਕਰ ਜੋੜ, ਹਰ ਭਗਤ ਜਨ ਤਾਰਦਾ। ਪਾਤਸ਼ਾਹ ਫਰਮਾਉਂਦੇ ਨੇ, ਇਹ ਭਗਤ ਜਨੋ ਹੱਥ ਜੋੜ ਕੇ ਸਲਾਹਣਾ ਕਰੋ, ਗੁਣ ਗਾਵੋ ਗੁਰੂ ਨਾਨਕ ਦੇ, ਕਿਉਂਕਿ ਵਾਹਿਗੁਰੂ ਭਗਤ ਜਨਾਂ ਨੂੰ ਆਪ ਤਾਰ ਲੈਂਦਾ, ਆਪ ਬਾਂਹ ਫੜਦਾ। ਸਲੋਕ ਮਹਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰਖਾਂ ਔਰ ਧਾਰ। ਇਹ ਭਾਈ ਮੇਰਾ ਮਨ ਚਾਹੁੰਦਾ ਮੈਂ ਆਪਣੇ ਪ੍ਰੀਤਮ ਨਾਲ ਮਿਲ ਜਾਵਾਂ, ਮਨ ਚਾਹੁੰਦਾ ਇਹਦੇ ਵਿੱਚ ਧਾਰਨ ਕਰ ਰੱਖਾਂ। ਸਾਲਾਹੀ ਸੋ ਪ੍ਰਭ ਸਦਾ ਸਦਾ, ਗੁਰ ਕੈ ਹਿਤ ਪਿਆਰ। ਸਦਾ ਸਦਾ ਤਿਸ ਪ੍ਰਭੂ ਨੂੰ ਮਨ ਤਨ ਸੇ ਪਿਆਰ ਕਰੋ, ਸਲਾਹਣਾ ਕਰੋ, ਗੁਣ ਗਾਵੋ ਗੁਰੂ ਨਾਨਕ ਦੇ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ, ਸਾਈ ਸੁਹਾਗਣ ਨਾਰ। ਜਿਸ ਜੀਵ ਰੂਪ ਇਸਤਰੀ ਪਰ ਵਾਹਿਗੁਰੂ ਕਿਰਪਾ ਨਦਰ ਕਰੇ, ਤੈਨੂੰ ਮਿਲਾ ਲੈਂਦਾ। ਨਾਨਕ ਨਦਰੀ ਨਦਰ ਨਿਹਾਲ ਉਤਰਦਾ। ਸੋ ਜੀਵ ਰੂਪੀ ਇਸਤਰੀ ਉਹ ਸੁਹਾਗਣ ਹੈ। ਮਹਲਾ ਤੀਜਾ। ਗੁਰ ਸੇਵਾ ਤੇ ਹਰ ਪਾਈਐ, ਜਾ ਕੋ ਨਦਰ ਕਰੇ। ਗੁਰੂ ਦੀ ਸੇਵਾ ਤੋਂ ਪਰਮੇਸ਼ਰ ਮਿਲਦਾ ਹੈ ਹਰੀ। ਜਿਸ ਪਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ, ਸੋ ਸੇਵਾ ਕਰਦਾ। ਮਾਨਸ ਤੇ ਦੇਵਤੇ ਭਏ, ਧਿਆਇਆ ਨਾਮ ਹਰੇ। ਤਿਨਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ, ਨਾਮ ਜਪਿਆ, ਉਹ ਪੁਰਸ਼ ਮਨੁੱਖ ਤੋਂ ਦੇਵਤੇ ਹੋ ਗਏ। ਹੋ ਮੈਂ ਮਾਰ ਮਲਾਇਨ, ਗੁਰ ਕੈ ਸ਼ਬਦ ਤਰੇ। ਜਿਨ੍ਹਾਂ ਨੇ ਹੰਕਾਰ ਨੂੰ ਭਾਈ ਮਾਰਿਆ, ਤਿਨਾਂ ਨੇ ਬਖਸ਼ੀਸ਼ਾਂ ਲਈਆਂ, ਤਿਨਾਂ ਨੂੰ ਪਰਮੇਸ਼ਰ ਨੇ ਮਿਲਾ ਲਿਆ ਔਰ ਗੁਰੂ ਦਾ ਸ਼ਬਦ ਧਾਰਨ ਕਰਕੇ ਉਤਰ ਗਏ। ਨਾਨਕ ਸਹਿਜ ਸਮਾਇਨ, ਹਰ ਆਪਣੀ ਕਿਰਪਾ ਕਰੇ। ਜਿਨ੍ਹਾਂ ਪਰ ਪਰਮੇਸ਼ਰ ਆਪਣੀ ਕਿਰਪਾ ਕਰਦਾ, ਉਹ ਪੁਰਸ਼ ਬ੍ਰਹਮ ਦੇ ਵਿੱਚ ਮਿਲ ਗਏ। ਪੌੜੀ ਹਰ ਆਪਣੀ ਭਗਤ ਕਰਾਏ, ਵਡਿਆਈ ਵਿਖਾਲੀਆਂ। ਭਾਈ ਪਰਮੇਸ਼ਰ ਨੇ ਆਪਣੀ ਭਗਤੀ ਕਰਾ ਕੇ ਵਡਿਆਈ ਦਿਖਾਈ।
ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵ ਘਾਲੀਆਂ। ਆਪ ਹੀ ਜਗਿਆਸੂ ਹੋ ਕੇ ਸੇਵਾ ਕੀਤੀ ਹੈ, और गुरु रूप हो के आप ही अपनी प्रतीत भी करता। कैसा मालिक, बड़ा समर्थो दाता है, गहर गंभीर यथाक है। आप ही गुरु आप ही सेवक, हर भगतानो दे आनंद, तेर घरी बहाल आनंद। परमेश्वर अपने आप भगतां नूं भाई आनंद दिंदा, ते इस करके सूब विच बिठा लिया, भेद कीता। पापियां नो ना देई थिर रहण, चुण नरक घोर चालियां। पापियां नूं थिर नहीं रहण दिंदा, चुण करके घोर नरक विच भेजदा। हर भगतां नो दे प्यार, हर अंग निस्तारियन। पातशाह फरमाउंदे ने, वाहिगुरु परमेश्वर भगतां नूं प्यार दिंदा, पख करके तारदा है। क्योंकि आद तो अपने जनां दी रखदा आ, अज भी रखदा है। कोई सच्चा भगत बन जावे अगे भी रखेगा। आद जुगाद भगतन का रख, उस्तत कर कर जीवा। नानक नाम महारस मीठा, अन दिन मन तन पीवा। सतगुरु गुरु नानक देव महाराज जी जगत नूं तारदे होए जिस समय पातशाह भाई बाला ते भाई मरदाना नाल हरिद्वार गए, ब्राह्मण इशनान करके सूरज नूं जल दे रहे सन। पातशाह चोजी प्रीतम ने अचरज चोज कीता, कौतुक रचिया। पातशाह गुरदेव पश्चिम की तरफ जल सींचने लगे। लोगों ने पूछया कि आप इस तरफ जल क्यों सींचते? गुरु नानक देव महाराज जी ने बचन कहे, कहन लगे, साडी भाई इस तरफ खेती है, इस खेती नूं जल दे रहे। ब्राह्मणा ने कहा, इतने कोस पर पानी इवें पहुँचेगा? ब्राह्मण कहन लगे। गुरु जी ने कहा कि पितर लख जोजन कोस पर है। जो पितर देव ने जिन्होंने तुसीं पानी दे रहे, लख जोजन पर ने, तिन्हां नूं जल पहुँचेगा। जे तिन्हां नूं जल पहुँचेगा साडे खेत नूं भी पहुँच जाएगा। बादशाह कहन लगे। कई प्रकार की फिर चर्चा हुई। उस चर्चा विच ना पूरे उतरे ब्राह्मण फिर सतगुरां दे चरनां ते ढह पए, भुल मंगी। सतगुरु पातशाह जी के सेवक बन गए। फिर पातशाह गुरदेव नूं घर न्योता दिता कि घरे साडे आवो, प्रसादा छको। जो मुख पंडित ब्राह्मण सी, गुरदेव पातशाह गए प्रसादा छकण वास्ते। जो गए उत्थे ब्राह्मणा ने कार खिंच लई। पातशाह चोजी प्रीतम ने चोज उत्थे भी रचिया। गुरु जी ने कार दे अंदर चंड रख दिता। ब्राह्मण उठ के खड़े हो गए कि साडा चौंका रिष्ट हो गया। कुछ तो कुछ कहन लगे गुरुदेव ने। गुरु नानक देव महाराज जी ने फिर बाणी उचारी, वचन कहन लगे। सलोक महला पहला, ओ बौद्ध डूमणी कुदाया कसायन, पाद निंदा घट चोड़ी मुट्ठी क्रोध चंडाल। गुरु नानक देव महाराज जी कहन लगे, ब्राह्मणों, खोटी जो बुद्धि है सो वीरासन, जो आद्या करतूता
ਸੋ ਅਸਾਇਣ ਹੈ। ਵਿਸ਼ੇਸ਼ ਕਰਕੇ ਵਾਪਰ ਪੁਰਸ਼ਾਂ ਦੀ ਜੋ ਨਿੰਦਿਆ ਸੋ ਥੋੜੀ ਹੈ। ਕ੍ਰੋਧ ਰੂਪੀ ਵਿਅਕਤੀ चंडाली है। क्रोध संबंध से क्रोध स्त्री हिंसा चंडाली है। पातशाह ने बचन कहे कारी कड्डी क्या थी जा चारे बैठिया नाल। गुरु नानक देव महाराज जी कहन लगे ब्राह्मणों लकीरां दे कालने से की होवेगा। जो पूर्वों चारे ठगने वालियां अंतशकण के साथ बैठिया हुई वे कहन लगे ब्राह्मण गुरु साहिब नूं साडी काल आदकां दा तो आपने निखेध कर दिता। अब आप कहो जिस करके जीव की उत्तमता बनी रही तुसी दसो। गुरु नानक देव महाराज जी नूं बेनती करके पुछण लगे। पातशाह फिर कहन लगे सच संजम करनी कारा नावण नौ जपेही। सच बोलन रूप संजम है यही संजम धारो जो सच बोलना। बोलिए सच धर्म झूठ ना बोलिए जो गुरु दसे वाक मुरीदां जोड़िए। सच बोलिए झूठ ना बोलिए ये संजम है सच बोलन का। करनी रूप कारा ने नाम जपन यही इशनान है। तीर्थ नावन जाओ तीर्थ नाम है। सच संजम करनी कारा नावन नाओ जपे। नानक अगे ऊतम से जे पापा पंद ना देही। गुरु नानक देव महाराज जी कहन लगे प्यारिओ परलोक दे विच उत्तम ओही है जो पुरुष पापां दी सिक्ख्या नहीं दिंदे। उत्तम है। पंद ये फारसी दा पद है। पापां पंद ना दे पापां दे रस्ते विच पैर नहीं धरदे ओही उत्तम मन्ने गए ने परलोक विच जो पाप नहीं सिंचन करदे। पापां दे मार्ग रस्ते में जिन्होंने पैर रखिया वो दरगाह विच उत्तम ने। जब वैसे गुरु जी के वाक बचन सुने उन्होंने पंडितां ब्राह्मणां ने सतगुरां दे चरणां दे सेवक सिख बन गए। तो मरदाना कहन लगा पातशाह गरीब नवाज ये तो बगला सी आप दी कृपा तो हंस हो गया। भाई मरदाना कहन लगा। पातशाह ने फिर बचन कीते महला पहला क्या खंस क्या बगला जाको नदर करे। गुरु नानक देव कहन लगे मरदानिया क्या खंस क्या बगला जाको नदर करे। जिस पर परमेश्वर वाहे गुरु दी मेहर दी नदर हो जावे वो नदर मेहर दी नाल तक लवे। सो खंस किया बगला किया ब्राह्मण किया सूदर किया। पातशाह वचन कहते ने जो तिस भावै नानका कागो खंस करे। जे तिस वाहे गुरु परमेश्वर नूं भा जावे प्यारा लगे वो काग तो खंस कर देवे डाल तो भी ब्राह्मण कर दे बगले तो हंस बना दे। तो क्या जे तिसनू भावे काग से हंस करता है दंभी उपर उत्तम क्रिया वाले नू संत रूप कर देना क्या आश्चर्य है। पातशाह कहने लगे ये कोई बड़ी गल नहीं मरदाने। परमेश्वर चाहे तो काग सम मंद कर्मी पुरुषां नू तो बना लवे क्योंकि वह मालिक है दीन दुनिया का। इससे उसकी नदर हो गई वो तर गया। मेरे भाई नंद लाल जी ने वचन कीते पातशाह
ਯਕ ਨਗਾਹ ਕਰਮ ਦੀ ਕਾਫੀ, ਇੱਕ ਨਦਰ ਹੀ ਮਿਹਰ ਦੀ ਬਹੁਤ ਹੈ। ਬਲ ਸਾਡੀ ਭਾਲੇ ਕਰੇ ਨਿਖਾਲੇ, ਕਲਗੀਧਰ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਕਿਉਂਕਿ ਐਸੀ ਨਦਰ ਜਿਸ ਨਦਰ ਨਾਲ ਤੱਕਿਆ ਕੌੜੇ ਰੀਠੇ ਮਿੱਠੇ, ਪੱਥਰ ਮੋਮ ਹੋ ਗਏ ਪੱਥਰ ਦਿਲ, ਵਲੀ ਗੰਧਾਰੀ ਤਰ ਕੇ ਚਰਨਾਂ ਤੇ ਢਹਿ ਪਿਆ, ਬਖਸ਼ਿਸ਼ਾਂ ਕੀਤੀਆਂ ਤਾਰਿਆਂ, ਜਿਨ੍ਹਾਂ ਤੇ ਨਦਰ ਹੋਈ ਉਹ ਤਰਿਆ, ਕਿਉਂਕਿ ਨਦਰ ਵਿੱਚ ਅੰਮ੍ਰਿਤ ਵਰਸਦਾ। ਜੋ ਪਾਤਸ਼ਾਹ ਫਰਮਾਉਂਦੇ ਨੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਮੰਦ ਪੁਰਸ਼ਾਂ ਨੂੰ ਵੀ, ਮੰਦ ਕਰਮੀਆਂ ਨੂੰ ਵੀ ਉੱਤੋਂ ਬਣਾ ਦਵੇ ਜੇ ਪਰਮੇਸ਼ਰ ਨੂੰ ਚਾਹੇ, ਉਸਨੂੰ ਭਾਵੇ। ਉਹ ਮਾਲਕ ਹੈ ਜਿਸ ਤੇ ਨਦਰ ਸਵਲੜੀ ਕਰ ਦਵੇ, ਉਹ ਤਰ ਜਾਂਦਾ। ਔੜੀ ਕੀਤਾ ਲੋੜੀਐ ਕੰਮ, ਸੋ ਘਰ ਪੈ ਆਖੀਐ। ਜੋ ਕੰਮ ਕਰਨਾ ਚਾਹੀਦਾ ਹੈ ਸੋ ਖਰੀ ਪਰਮੇਸ਼ਰ ਪਾਸ ਕਥਨ ਕਰੀਏ, ਭਾਵ ਬੇਨਤੀ ਕਰੀਏ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ। ਉਸ ਦਾਤੇ ਨੂੰ ਵਿੱਚ ਖਿਲਾਰੀਏ, ਭਾਵ ਜੋ ਕੋਈ ਵੀ ਕਾਰਜ ਕਰੀਏ ਪਹਿਲਾਂ ਉਸ ਦਾਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਅਰਦਾਸ ਕਰੀਏ। ਪਾਤਸ਼ਾਹ ਫਰਮਾਉਂਦੇ ਨੇ, ਕੀਤਾ ਲੋੜੀਐ ਕੰਮ, ਸੋ ਖਾਦ ਪਹਿ ਆਖੀਐ। ਪਹਿਲਾਂ ਗੁਰੂ ਅੱਗੇ ਬੇਨਤੀ ਕਰੀਏ ਕਿ ਪਾਤਸ਼ਾਹ ਇਹ ਕੰਮ, ਇਹ ਕਾਰਜ ਕਰਨਾ ਕਿਰਪਾ ਕਰੋ, ਆਗਿਆ ਬਖਸ਼ੋ ਕਰਨ ਦੀ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹ ਭਾਈ ਸੰਪੂਰਨ ਕਾਰਜ ਫਿਰ ਵਾਹਿਗੁਰੂ ਤੁਹਾਡੇ ਸਵਾਰ ਦੇਵੇਗਾ। ਇਹ ਸਤਿਗੁਰੂ ਦੀ ਸੱਚੀ ਸਾਖ, ਸੱਚਾ ਉਪਦੇਸ਼ ਹੈ। ਪਾਤਸ਼ਾਹ ਫਰਮਾਉਂਦੇ ਨੇ, ਸੱਚਾ ਬਚਨ ਹੈ, ਉਪਦੇਸ਼ ਹੈ। ਤੁਹਾਡੇ ਕਾਰਜ ਰਾਸ ਹੋ ਜਾਵਣਗੇ ਜੇ ਤੁਸੀਂ ਗੁਰੂ ਅੱਗੇ ਅਰਦਾਸ ਕਰਕੇ ਕਾਰਜ ਆਰੰਭੋਗੇ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਸੰਤਾਂ ਦੇ ਸੰਗ ਵਿੱਚ ਨਾਮ ਰੂਪੀ ਅੰਮ੍ਰਿਤ ਦਾ ਭਾਈ ਖਜ਼ਾਨਾ ਹੈ। ਸੰਤਾਂ ਦੇ ਸੰਗ ਵੱਡੀਆਂ ਬਖਸ਼ਿਸ਼ਾਂ ਨੇ, ਤੇ ਇਸ ਨੂੰ ਤਿਨਾਂ ਦੁਆਰੇ ਚੱਖੀ ਦਾ ਹੈ, ਭਾਵ ਸੰਗ ਸਾਧੂ ਦਾ ਕਰਕੇ ਨਾਮ ਜਪੀ ਦਾ। ਇਹ ਬਖਸ਼ਿਸ਼ਾਂ ਸਾਧੂ ਦੇ ਚਰਨਾਂ ਤੋਂ ਮਿਲਦੀਆਂ। ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ। ਇਸ ਤਰ੍ਹਾਂ ਬੇਨਤੀ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ, ਪਾਤਸ਼ਾਹ ਅੱਗੇ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ, ਭੈ ਦੇ ਨਾਸ ਕਰਨ ਵਾਲੇ ਦਿਆਲੂ ਕਿਰਪਾਲੂ, ਮੈਂ ਦਾਸ ਦੀ ਪਤ ਰੱਖੋ, ਤੇਰੀ ਸ਼ਰਨ ਵਿੱਚ ਆਏ ਖਾਂ, ਤੂੰ ਗਰੀਬ ਨਵਾਜ ਦਾਤਾ। ਇਹ ਤੇਰਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਹੋ ਬਿਰਦ ਸੁਆਮੀ ਸੰਦਾ। ਇਹ ਤੇਰਾ ਬਿਰਦ ਹੈ, ਜੋ ਵੀ ਤੇਰੀ ਸ਼ਰਨ ਵਿੱਚ ਆ ਜਾਵੇ ਤੂੰ ਕੰਠ ਨਾਲ ਲਾਉਂਦਾ ਹੈ, ਤਾਰਦਾ। ਆਪ ਆਪਣੇ ਜਨਾਂ ਦੀ ਪੈਜ ਪ੍ਰਤਿਗਿਆ ਰੱਖ, ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਹੈ। ਜਿਉਂ ਜਾਨੋ ਤਿਉਂ ਰਾਖ, ਹਰਿ ਪ੍ਰਭ ਤੇਰੇ ਆ। ਸਤਿਗੁਰੂ ਜਿਉਂ ਵੀ ਜਾਨੋ ਰੱਖ ਲਵੋ ਤੇਰੇ। ਇਹ ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ। ਬੇਨਤੀ ਕਰੋ, ਅਰਦਾਸ ਕਰੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ, ਪਾਤਸ਼ਾਹ ਮੰਦੇ ਖਾਂ ਚੰਗੇ ਖਾਂ ਤੇਰੇ ਖਾਂ, ਤੇਰਿਆਂ ਦੀ ਤੈਨੂੰ ਲਾਜ ਹੈ, ਆਪਣੇ ਬਣਾ ਕੇ ਰੱਖ ਲਓ। ਉਹ ਮਾਲਕ ਬੜਾ ਦਿਆਲੂ ਹੈ, ਰੱਖੇਗਾ। ਆਦ ਤੋਂ ਰੱਖਦਾ ਆਇਆ, ਜੋ ਗੁਰੂ ਦਾ ਬਣ ਗਿਆ ਗੁਰੂ ਉਸ ਦਾ ਹੈ, ਕਿਉਂਕਿ ਵੱਡਾ ਦਾਤਾ ਹੈ, ਵੱਡਾ ਮਾਲਕ ਹੈ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਹੇ ਭਾਈ,
ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰ, ਗੁਣ ਗਾ ਗੁਰੂ ਨਾਨਕ ਦੇ ਨਾਮ ਜਪ। ਪ੍ਰਭੂ ਜੋ ਪਰਮੇਸ਼ਰ ਅਲੱਖ ਹੈ, ਲਖਿਆ ਨਹੀਂ ਜਾਂਦਾ। ਤੈਨੂੰ ਲਖੀਏ, ਜਾਣ ਲਈਏ ਉਸ ਦਾਤੇ ਨੂੰ, ਉਸ ਦੀ ਯਾਦ ਚਿੰਤਨ ਵਿੱਚ ਜੁੜੀਏ, ਉਸ ਦਾਤੇ ਪਰਮੇਸ਼ਰ ਦਾ ਨਾਮ ਜਪੀਏ, ਨਿਤ ਦੇ ਨੇਮੀ ਬਣੀਏ। ਸਲੋਕ ਮਹਲਾ ਤੀਜਾ, ਜਿਉ ਪਿੰਡ ਸਭ ਤਿਸ ਕਾ, ਸਭ ਸੈ ਦੇ ਆਧਾਰ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ, ਕਿ ਭਾਈ ਇਹ ਜੀਵ ਸਰੀਰ ਸਭ ਉਸ ਪਰਮੇਸ਼ਰ ਵਾਹਿਗੁਰੂ ਦਾ ਹੈ, ਜੋ ਸਭਨਾਂ ਨੂੰ ਆਸਰਾ ਦੇਣ ਵਾਲਾ ਹੈ। ਜੀਉ ਪਿੰਡ ਸਭ ਤਿਸ ਕਾ, ਸਭ ਸੈ ਦੇ ਆਧਾਰ। ਨਾਨਕ ਗੁਰਮੁਖ ਸੇਵੀਐ, ਸਦਾ ਸਦਾ ਦਾਤਾਰ। ਐਸੇ ਨਿਤ ਰੂਪ ਵਾਹਿਗੁਰੂ ਦੀ ਗੁਰੂ ਦੁਆਰਾ ਭਾਈ ਸੇਵਨਾ ਕਰ, ਨਾਮ ਜਪ, ਟੇਕ ਲੈ ਗੁਰੂ ਨਾਨਕ ਦੀ, ਜੋ ਸਦੀਵ ਕਾਲ ਦਾਤਾਂ ਦੇ ਦੇਣ ਵਾਲਾ ਵੱਡਾ ਦਾਤਾ, ਸਭਨਾਂ ਨੂੰ ਦਾਤਾਂ ਦਿੰਦਾ। ਜੋ ਵੀ ਉਹਦੀ ਸ਼ਰਨ ਵਿੱਚ ਆ ਜਾਵੇ ਉਹ ਝੋਲੀਆਂ ਭਰ ਲੈਂਦਾ। ਦੇਂਦਾ ਦੇ ਲੈਂਦੇ ਥੱਕ ਪਾਖੇ, ਜੁਗਾਂ ਜੁਗਾਂਤਰ ਖਾਖੀ ਖਾਖੇ। ਖੋ ਬਲਿਹਾਰੀ ਤੈਨ ਕੋ, ਜਿਨ ਧਿਆਇਆ ਹਰਿ ਨਿਰੰਕਾਰ। ਜਿਨ ਪੁਰਸ਼ਾਂ ਨੇ, ਜਗਿਆਸੂਆਂ ਨੇ ਨਿਰੰਕਾਰ ਮੇਰੇ ਵਾਹਿਗੁਰੂ ਗੁਰੂ ਨਾਨਕ ਨੂੰ ਜਪਿਆ ਧਿਆਇਆ ਭਾਈ, ਇਹਨਾਂ ਦੇ ਬਲਿਹਾਰ ਕੁਰਬਾਨ ਜਾਂਦੇ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਪੁਰਸ਼ਾਂ ਦੇ ਮੁਖ ਸਦੀਵ ਕਾਲ ਉਜਲ ਨੇ, ਨਿਰਮਲ ਨੇ, ਉਹਨਾਂ ਨੂੰ ਸਾਰਾ ਜਗਤ ਨਮਸਕਾਰਾਂ ਕਰਦਾ। ਮਹਲਾ ਤੀਜਾ, ਸਤਿਗੁਰ ਮਿਲਿਆ ਉਲਟੀ ਭਈ, ਨਾਮ ਨਿਧ ਖਰਚਿਓ ਖਾਓ। ਜਿਨ੍ਹਾਂ ਨੂੰ ਸਤਿਗੁਰੂ ਮਿਲਿਆ, ਸਮਰੱਥ ਗੁਰੂ ਦਾ ਮੇਲ ਹੋ ਗਿਆ, ਰੰਗ ਲੱਗਿਆ ਸੱਚੇ ਨਾਮ ਦਾ, ਬਖਸ਼ਿਸ਼ ਹੋਈ ਸੱਚੇ ਪਰਮੇਸ਼ਰ ਦੀ, ਤਿਨਾਂ ਦੀ ਵਿਰਤੀ ਸੰਸਾਰ ਦੀ ਉਹ ਤੋਂ ਉਲਟੀ ਹੋ ਗਈ। ਉਹ ਪਰਮੇਸ਼ਰ ਦੇ ਸਨਮੁਖ ਹੋ ਗਏ। ਬੇਨਤੀ ਕੀਤੀ, ਪਾਤਸ਼ਾਹ ਤਿਨਾਂ ਨੂੰ ਕਿਆ ਲਾਹਾ ਮਿਲਿਆ, ਕਿਆ ਲਾਭ ਹੋਇਆ? ਪ੍ਰਤੱਖ ਹੀ ਨਵਨਿਧਾਂ ਨੂੰ ਖਰਚਦੇ ਖਾਂਦੇ ਨੇ, ਭਾਵ ਨਵ ਦਾ ਭਗਤੀ ਰੂਪ ਨਵਨਿਧਾਂ ਨੂੰ ਖਰਚਦੇ ਖਾਂਦੇ, ਭਾਵ ਆਪ ਭਗਤੀ ਕਰਦੇ, ਔਰਾਂ ਨੂੰ ਉਪਦੇਸ਼ ਦਿੰਦੇ ਦੇ ਕਰਨ ਦਾ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਂ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਕੀ ਬਚਨ ਕਹਿੰਦੇ ਨੇ ਗੁਰਦੇਵ ਪਾਤਸ਼ਾਹ? 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਂ। ਤਿੰਨਾਂ ਦੇ ਪਿੱਛੇ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ। 18 ਸਿੱਧੀਆਂ ਨਿਜ ਥਾਈ, ਜੋ ਪਰਮੇਸ਼ਰ ਮੇਰਾ ਵਾਹਿਗੁਰੂ, ਤੇ ਸਰਬ ਸਥਾਨ ਆਪਣੇ ਹੀ ਨੇ। ਆਪਣਾ ਸੂਤ ਤਿਸ ਵਿੱਚ ਵਸਿਆ, ਆਪਣਾ ਜੋ ਹਿਰਦਾ ਤਿਸ ਵਿਖੇ, ਜੋ ਸਰੂਪ ਤਿਸ ਵਿੱਚ ਵਸੇ ਨੇ। ਅਨਹਦ ਧੁਨੀ ਸਦ ਵਜਦੇ, ਓਨ ਮਨ ਹਰ ਲੈ ਬਲਾਏ। ਪਾਤਸ਼ਾਹ ਫਰਮਾਉਂਦੇ ਨੇ, ਅਨਹਦ ਧੁਨੀ ਸਦ ਵਜਦੇ, ਓਨ ਮਨ ਹਰ ਲੈ ਬਲਾਏ। ਇੱਕ ਰਸ ਸ਼ਬਦ ਨਿਤ ਹੀ ਉਹਨਾਂ ਦੇ ਮੁਖੋਂ ਪ੍ਰਗਟ ਹੁੰਦੇ ਨੇ, ਗੁਣ ਗਾਉਂਦੇ ਨੇ ਗੁਰੂ ਨਾਨਕ ਤੇ। ਤੁਰਿਆ ਰੂਪ ਵਾਹਿਗੁਰੂ ਵਿੱਚ ਬਿਰਤੀ ਲਾ ਰੱਖੀ,
ਉਹਨਾਂ ਦਾ ਮਨ ਸੰਸਾਰ ਦੀ ਉਲਟ ਉਲਟ ਕਰਕੇ ਪਰਮੇਸ਼ਰ ਦੀ ਬਿਰਤੀ ਵਿੱਚ ਲੱਗਿਆ। ਸਨਮੁਖ ਪ੍ਰਭੂ ਦੇ ਹੋਇਆ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦੇ ਮਸਤਕ ਵਿੱਚ ਧੁਰੋਂ ਵਿਧਾਤਾ ਨੇ ਮੇਰੇ ਪਰਮੇਸ਼ਰ ਨੇ ਭਾਈ ਲੇਖ ਲਿਖਿਆ। ਆਪਾਂ ਲੇਖਾਂ ਦੇ ਵਿੱਚ ਵਿਚਰਦੇ ਹਾਂ, ਕਿਤੇ ਜਾਂਦੇ ਹਾਂ, ਵਿਚਰਦੇ ਹਾਂ, ਬੈਠੇ ਹਾਂ, ਸਵਾਸ ਗ੍ਰਾਸ ਲੈਂਦੇ, ਇਹ ਸਭ ਕੁਝ ਲਿਖਿਆ ਹੋਇਆ। ਜੋ ਧੁਰੋਂ ਮਸਤਕ ਤੇ ਲੇਖ ਮੇਰੇ ਵਾਹਿਗੁਰੂ ਨੇ ਲਿਖ ਦਿੱਤੇ, ਤੇ ਇਹਨਾਂ ਦੇ ਮਨ ਵਿੱਚ ਖਰੀ ਦੀ ਭਗਤੀ ਵਸਦੀ, ਕਿਉਂਕਿ ਲੇਖ ਲਿਖਿਆ ਨਾਮ ਜਪੇਗਾ, ਗੁਰੂ ਨਾਨਕ ਦੇ ਚਰਨ ਪਾਸੇਗਾ, ਬਖਸ਼ੀਸ਼ਾਂ ਲਵੇਗਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਉਹਨਾਂ ਨੂੰ ਫਿਰ ਮਿਲਦਾ, ਕਿਉਂਕਿ ਲਹਿਣਾ ਲਿਖਿਆ ਹੈ। ਇਹ ਸਤ ਸੰਗਤ ਵਿੱਚ ਵੀ ਇੰਜ ਨਹੀਂ ਆਇਆ ਜਾਂਦਾ, ਲਿਖਿਆ ਹੈ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਬਰਾਦ ਮਿਟੇ ਹਸੇਵਾ। ਇਹ ਬਖਸ਼ੀਸ਼ਾਂ ਮਿਲਦੀਆਂ ਨੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਬਿਨਾਂ ਭਾਗਾਂ ਤੋਂ ਸੰਗਤ ਨਸੀਬ ਨਹੀਂ ਹੁੰਦੀ। ਇਹ ਬਖਸ਼ੀਸ਼ਾਂ ਨੇ, ਇਹ ਮਸਤਕ ਦੇ ਲੇਖ ਲਿਖੇ ਨੇ। ਵੱਡੇ ਭਾਗ ਨੇ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ। ਪੌੜੀ ਖੋ ਢਾਡੀ ਘਰ ਪ੍ਰਭ ਖਸਮ ਕਾ, ਖਰ ਕੈ ਦਰ ਆਇਆ। ਮੈਂ ਹਰੀ ਪ੍ਰਭੂ ਖਸਮ ਦਾ ਜਸ ਕਰਨ ਵਾਲਾ ਢਾਡੀ ਸਤ ਸੰਗ ਵਿੱਚ ਆਇਆ, ਸੰਤਾਂ ਦੇ ਸੰਗ, ਸਾਧੂ ਦੀ ਸੰਗਤ ਵਿੱਚ ਆਇਆ, ਹਰ ਕਹਿ ਦਰ ਆਇਆ। ਖਾਦੇ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਹਰੀ ਜੋ ਸਰਬਦਾ ਆਤਮਾ ਰੂਪ ਮੇਰਾ ਵਾਹਿਗੁਰੂ, ਇਹ ਮੇਰੀ ਬੈਕੁੰਠ ਵਿੱਚ ਬੇਨਤੀ ਪੁਕਾਰ ਸੁਣ ਲਈ। ਅੰਦਰ ਦੀ ਸਤ ਸੰਗ ਅੰਦਰ ਜੋ ਗੁਰੂ ਰੂਪ ਹੋ ਰਿਹਾ, ਇਹ ਮੇਰੀ ਪੁਕਾਰ ਸੁਣ ਕੇ ਉਹ ਜੋ ਢਾਡੀ ਨੂੰ ਅਤੀ ਆਦਰ ਦਿੱਤਾ, ਬੜਾ ਸਤਿਕਾਰ ਦਿੱਤਾ। ਖਾਰ ਪੁੱਛਿਆ ਢਾਡੀ ਸਦਕੈ, ਕਿਤੇ ਅਰਥ ਤੂੰ ਆਇਆ। ਫਿਰ ਮੇਰੇ ਸਮਰੱਥ ਵਾਹਿਗੁਰੂ ਗੁਰੂ ਨੇ ਪੁੱਛਿਆ, ਨਿਕਟ ਬੁਲਾਇਆ। ਪੁੱਛਣਾ ਕੀਤਾ ਆਕਾਸ਼ਬਾਣੀ ਦੁਆਰਾ, ਪ੍ਰਤੱਖ ਪੁੱਛਿਆ ਕਿ ਕਿਸ ਅਰਥ ਦੇ ਵਾਸਤੇ ਤੂੰ ਸਾਡੇ ਪਾਸ ਆਇਆ ਹੈ, ਦੱਸ। ਇਹੋ ਜੋ ਧਰਮ ਅਰਥ ਕਾਮ ਮੋਖ ਚਾਰ ਪਦਾਰਥ, ਇਹਨਾਂ ਵਿੱਚ ਤੂੰ ਕਿਹੜਾ ਚਾਹੁੰਦਾ ਹੈ, ਦੱਸ। ਫਿਰ ਕੀ ਬੇਨਤੀ ਕੀਤੀ, ਨਿਤ ਦੇਵੋ ਦਾਨ ਦਇਆਲ ਪ੍ਰਭ, ਹਰ ਨਾਮ ਤੇ ਆਇਆ। ਫਿਰ ਕੀ ਮੰਗ ਮੰਗੀ ਕਿ ਦੀਨ ਦਿਆਲ ਦੀਨ ਬੰਧੂ ਮੇਰੇ ਪ੍ਰਭੂ ਦਿਆਲੂ, ਮੈਨੂੰ ਨਿਤਾ ਪ੍ਰਤੀ ਦਾਨ ਦਿੰਦੇ ਰੱਖੋ। ਮੈਂ ਤੇਰੇ ਨਾਮ ਨੂੰ ਧਿਆਇਆ ਕਰਾਂ, ਨਿਤ ਦਾ ਨੇਮੀ ਬਣਾ। ਤੇਰਾ ਨਾਮ ਨਾ ਵਿਸਰੇ, ਦਿਨ ਰਾਤ ਤੇਰੀ ਯਾਦ ਵਿੱਚ ਜੁੜਿਆ ਰੱਖਾਂ। ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਭੈ ਨਾਇਆ ਸੁਧ। ਪਾਤਸ਼ਾਹ ਫਰਮਾਉਂਦੇ ਨੇ, ਐਸੀ ਬੇਨਤੀ ਪਰਮੇਸ਼ਰ ਨੇ ਸੁਣ ਕੇ ਮੇਰੇ ਕੋ ਗਦ ਪ੍ਰਕਾਸ਼ ਆਪਣਾ ਨਾਮ ਜਪਾਇਆ, ਭਗਤੀ ਦੀ ਦਾਤ ਬਖਸ਼ ਦਿੱਤੀ। ਵਾਹਿਗੁਰੂ ਨੇ ਆਪਣੀ ਖੁਸ਼ੀ ਕਰਕੇ ਪਤ ਰੂਪੀ ਪ੍ਰੇਮ ਰੂਪੀ ਵਸਤਰ ਮੈਨੂੰ ਪਹਿਰਾਇਆ ਔਰ ਬਖਸ਼ੀਸ਼ਾਂ ਕੀਤੀਆਂ। ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਦਿੱਤਾ ਕਿ ਵਾਰ ਨੂੰ ਕਰਮ ਪੂਰਵਕ ਜੋੜ ਕੇ ਲਿਖੋ। ਤਾਂ ਲਿਖ ਕਰਕੇ ਗੁਰੂ ਜੀ ਅੱਗੇ ਰੱਖੀ। ਮਹਾਰਾਜ ਨੇ ਉਸ ਪਰ ਲਿਖ ਦਿੱਤਾ ਸ਼ੁੱਧ ਜਾਂ ਤਾਂ ਸਮਝਣਾ ਕਿ ਜੋ ਮਹਾਰਾਜ ਨੇ ਆਪ ਵਾਲ ਦੇ ਸ਼ਲੋਕ ਇਕੱਤਰ ਕਰਕੇ ਲਿਖੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਿਆਨ ਕਰਕੇ ਪ੍ਰਾਰਥਨਾ ਕੀਤੀ, ਮਹਾਰਾਜ ਸੁੱਧ ਕੀਤਾ। ਪਰ ਕੁਛ ਵੀ ਨਹੀਂ ਤਾਂ ਸਮਝਣਾ ਕਿ ਬਾਤ ਪਹਿਲੇ ਹੀ ਜੁੜੀ ਹੋਈ ਹੈ। ਇੱਕ ਸਵਾਨ ਕੈ ਘਰ ਗਾਵਣ, ਇੱਕ ਜੋ ਪਰਮੇਸ਼ਰ ਹੈ
ਤਿਸ ਨੂੰ ਹਿਰਦੇ ਵਿੱਚ ਆਣ ਕੇ ਸ਼ਬਦ ਗਾਇਨ ਕਰਨਾ। ਇੱਕ ਸਵਾਨ ਦੋ ਸਵਾਨੀ ਨਾਲ ਇਹ ਸ਼ਬਦ ਦੇ ਘਰ ਵਿਖੇ ਗਾਇਨ ਕਰਨਾ। ਇਹ ਕਾਲ ਵਿੱਚ ਕਾਂਸੀ ਜਿਵੇਂ ਹੁਆਸ ਮੈਂ ਬੈਠੀ ਇੱਕ ਮਾਈ ਪੁੱਤਰ ਨੂੰ ਲਾਡ ਕਰ ਰਹੀ ਸੀ। ਕੋਠੇ ਤੇ ਬੈਠੀ ਸੀ, ਚਰਖਾ ਕੱਤਦੀ ਸੀ। ਪੂਰਨ ਸਲਾਈ ਸਿੱਟ ਦੇਵੇ ਉਹ ਬਾਲਕ ਆਕਰ ਤੰਦ ਕੰਦੀ, ਕਦੀ ਤਕਲੇ ਕੋ ਪਕੜ ਲਵੇ। ਇੱਕ ਵਾਰ ਬਾਰੀ ਦੇ ਰਸਤੇ ਪੂਰਨ ਸਲਾਈ ਨੀਚੇ ਗਿਰ ਗਈ। ਉਹਨੂੰ ਪਕੜਨ ਲੱਗਾ, ਲੜਕਾ ਗਿਰ ਕੇ ਮਰ ਗਿਆ। ਉਸ ਵਕਤ ਅਚਰਜਤਾ ਨੂੰ ਪ੍ਰਾਪਤ ਹੋਏ ਔਰ ਪਰਮੇਸ਼ਰ ਦੇ ਪਾਸ ਪ੍ਰਾਰਥਨਾ ਕਰਦੇ ਹੋਏ ਸਾਧ ਦੇ ਸਿੱਖਾਂ ਪ੍ਰਤੀ ਭਗਤ ਜੀ ਨੇ ਜਦੋਂ ਇਹ ਕੌਤਕ ਨੂੰ ਦੇਖਿਆ, ਭਗਤ ਕਬੀਰ ਜੀ ਮਹਾਰਾਜ ਜੀ ਫਿਰ ਬਚਨ ਕਹਿਣ ਲੱਗੇ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਕਬੀਰ ਜੀਓ ਕਾ, ਏਕ ਸਵਾਨ ਕੈ ਘਰ ਗਾਵਣ, ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਇਹ ਭਾਈ ਮਾਤਾ ਜਾਣਦੀ ਹੈ ਇਹ ਮੇਰਾ ਪੁੱਤਰ ਵੱਡਾ ਹੁੰਦਾ ਜਾਂਦਾ ਹੈ, ਬੜੀ ਆਸਾ ਰੱਖਦੀ ਹੈ। ਇਤਨਾ ਕ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਇਤਨਾ ਭੇਦ ਇਹ ਮਾਤਾ ਭੋਲੀ ਨਹੀਂ ਜਾਣਦੀ ਕਿ ਇਨ ਦਿਨ ਪ੍ਰਤੀ ਅਵਸਥਾ ਇਸ ਦੀ ਘਟਦੀ ਜਾਂਦੀ ਹੈ, ਕਿਉਂਕਿ ਗਿਣਤੀ ਮਿਣਤੀ ਦੇ ਦਿਨ ਹਫ਼ਤੇ ਮਹੀਨੇ ਸਾਲ ਨਹੀਂ ਆਪਣੇ ਗਿਣਤੀ ਮਿਣਤੀ ਦੇ। ਮੋਰ ਮੋਰ ਕਰ ਅਦਕ ਲਾਡ ਧਰ, ਪੇਖਤੀ ਜਮਰਾਓ ਹਸੈ। ਪੁੱਤਰ ਨੂੰ ਮੇਰਾ ਮੇਰਾ ਕਰਕੇ ਮੋਰ ਤਿੱਤਰ ਹੰਸ ਐਸੇ ਕਰਕੇ ਮੋੜ ਮੋੜ ਕੇ ਵਾਰ ਅਦਕ ਹੀ ਲਾਡ ਪਿਆਰ ਕਰਦੀ ਹੈ ਕਿ ਮੇਰਾ ਤਿੱਤਰ ਮੇਰਾ ਮੋਰ। ਦੀ ਅਗਿਆਨ ਸਦ ਕਿਰਿਆ ਨੂੰ ਦੇ ਕੇ ਜਮਰਾਜ ਫਿਰ ਖਸਦਾ ਹੈ ਕਿ ਇਹ ਜੀਵ ਵੀ ਆਪਣੀ ਮਮਤਾ ਵਿੱਚ ਬੰਧਿਆ ਹੋਇਆ ਵੱਡੀਆਂ ਆਸਾਂ ਕਰਦਿਆ। ਜਮਰਾਜ ਮਾਰਨੇ ਵਾਸਤੇ ਇਸਦੇ ਸੁਵਾਸ ਗਿਣਦੇ ਆ ਕਿ ਕਿੰਨੇ ਰਹਿ ਗਏ, ਇਸ ਨੂੰ ਲੈ ਕੇ ਜਾਣਾ। ਐਸਾ ਤੈਂ ਜਗ ਭਰਮ ਬੁਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਇਹ ਪਰਮੇਸ਼ਰ ਤੈਨੇ ਜੀਓ ਐਸਾ ਭਰਮ ਵਿੱਚ ਲਾ ਦਿੱਤਾ, ਜਬ ਇਹ ਤੇਰੀ ਮਾਇਆ ਕਰਕੇ ਮੋਹਿਆ ਹੋਇਆ ਤਬ ਤੈਨੂੰ ਕਿਵੇਂ ਜਾਣੇ। ਕਹਿਤ ਕਬੀਰ ਛੋੜ ਵਿਖਿਆ ਰਸ, ਇਤ ਸੰਗਤ ਨਹਿ ਚੋ ਮਰਣਾ। ਇਹ ਭਾਈ ਇਹ ਜੋ ਸ਼ਬਦ ਆਦਿਕ ਵਿਸ਼ਿਆਂ ਦੇ ਰਸ ਨੇ ਦਾ ਤਿਆਗ ਕਰਦੇ ਛੱਡਦੇ ਵਿਖੇ ਬਨ ਫੀਕਾ, ਤਿਆਗ ਦੀ ਸਖੀਏ ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ। ਇਹਨਾਂ ਰਸਾਂ ਨੂੰ ਛੱਡ ਦੇ, ਤਿਆਗ ਦੇ, ਕਿਉਂਕਿ ਇਹ ਜੋ ਵਿਸ਼ੇ ਵਿਕਾਰਾਂ ਦੀ ਸੰਗਤ ਇਸ ਕਰਕੇ ਵੇ ਨੇਚੇ ਮਰਨਾ ਹੁੰਦਾ, ਫਿਰ ਜਮਾਂ ਦੇ ਵਸ ਪਿਆ ਦੁੱਖ ਪਾਵੇਗਾ। ਸਤਿਗੁਰੂ ਦੀ ਉਪਦੇਸ਼ ਤੇ ਚਲੀਏ, ਗੁਰ ਸ਼ਬਦੀ ਗੁਰਮਤੀਏ, ਨਾਮ ਨੂੰ ਜਪੀਏ। ਇਹ ਯੁੱਗ ਕਲ ਯੁੱਗ ਦਾ ਹੈ, ਕਲ ਕੇਵਲ ਨਾਮ ਉਦਾਰ। ਨਾਮ ਦੇ ਜਪਿਆਂ ਹੀ ਆਪਣਾ ਉਦਾਰ ਹੈ। ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। हे अच्युत हे पार ब्रह्म, अविनाशी अगनास। हे पूर्ण हे सर्ब में, दुख भंजन गुणता।